हाँ ਉਹ ਦੋਜ਼ਖ ਵਿੱਚ ਹਮੇਸ਼ ਰਹਿਣਗੇ ਜਿਨ੍ਹਾਂ ਨੇ ਗੁਨਾਹ ਕੀਤੇ ਤੇ ਉਹਨਾਂ ਦੇ ਗੁਨਾਹਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ। ਉਹੀ ਲੋਕੀ ਦੋਸਤੀ ਹੋਣਗੇ, ਉਹਦੇ ਵਿੱਚ ਹਮੇਸ਼ ਰਹਿਣਗੇ। ਤੇ ਜਿਹੜੇ ਲੋਕੀ ਈਮਾਨ ਲਿਆਏ ਤੇ ਚੰਗੇ ਕੰਮ ਕੀਤੇ, ਉਹੀ ਲੋਕੀ ਬਹਿਸ਼ਤੀ ਹੋਣਗੇ, ਉਹਦੇ ਵਿੱਚ ਹਮੇਸ਼ ਰਹਿਣਗੇ। ਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਵਾਅਦਾ ਲਿੱਤਾ ਕਿ ਤੁਸੀਂ ਰੱਬ ਦੇ ਸਿਵਾ ਕਿਸੇ ਦੀ ਇਬਾਦਤ ਨਹੀਂ ਕਰੋਗੇ ਤੇ ਮਾਂ ਪਿਓ ਨਾਲ ਚੰਗਾ ਵਰਤਾਓ ਕਰੋਗੇ ਤੇ ਰਿਸ਼ਤੇਦਾਰਾਂ, ਯਤੀਮਾਂ ਤੇ ਮਸਕੀਨਾਂ ਨਾਲ ਵੀ ਚੰਗਾ ਵਰਤਾਅ ਕਰੋਗੇ ਤੇ ਲੋਕਾਂ ਨਾਲ ਚੰਗੀ ਗੱਲ ਕਰੋ ਤੇ ਨਮਾਜ਼ ਪੜੋ ਤੇ ਜ਼ਕਾਤ ਦਵੋ, ਫੇਰ ਕੁਝ ਲੋਕਾਂ ਦੇ ਸਿਵਾ ਤੁਸੀਂ ਸਾਰਿਆਂ ਨੇ ਮੂੰਹ ਪਰਤਾ ਲਿਆ ਤੇ ਉਸ ਵਾਅਦੇ ਨੂੰ ਕੰਡ ਪਿੱਛੇ ਕਰ ਦਿੱਤਾ। ਤੇ ਜਦੋਂ ਅਸੀਂ ਤੁਹਾਡੇ ਕੋਲੋਂ ਵਾਅਦਾ ਲਿਆ ਕਿ ਇੱਕ ਦੂਜੇ ਦਾ ਖੂਨ ਨਹੀਂ ਕਰੋਗੇ ਤੇ ਆਪਣੇ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਨਹੀਂ ਕੱਢੋਗੇ ਤੇ ਤੁਸੀਂ ਇਕਰਾਰ ਕੀਤਾ ਤੇ ਤੁਸੀਂ ਇਹਦੀ ਗਵਾਹੀ ਵੀ ਦਿੰਦੇ ਹੋ, ਫੇਰ ਤੁਹਾਡਾ ਹਾਲ ਐਵੇਂ ਕਿ ਆਪਣੇ ਲੋਕਾਂ ਨੂੰ ਕਤਲ ਕਰਦੇ ਹੋ, ਇੱਕ ਜੱਥੇ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢਦੇ ਹੋ, ਇਹਨਾਂ ਦੇ ਖਿਲਾਫ ਭੈੜੇ ਕੰਮ ਤੇ ਜ਼ੁਲਮ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਹੋ ਤੇ ਜਦੋਂ ਉਹ ਤੁਹਾਡੇ ਕੋਲ ਕੈਦੀ ਬਣ ਕੇ ਆਉਂਦੇ ਨੇ ਤੇ ਮਾਲ ਦੇ ਕੇ ਉਹਨਾਂ ਨੂੰ ਛੁਡਾ ਲੈਂਦੇ ਹੋ, ਹਾਲਾਂ ਉਹਨਾਂ ਨੂੰ ਘਰਾਂ ਵਿੱਚੋਂ ਕੱਢਣਾ ਹੀ ਤੁਹਾਡੇ ਲਈ ਹਰਾਮ ਸੀ। ਕੀ ਤੁਸੀਂ ਰੱਬ ਦੀ ਕਿਤਾਬ ਦੇ ਕੁਝ ਹਿੱਸਿਆਂ ਨੂੰ ਮੰਨਦੇ ਹੋ ਤੇ ਕੁਝ ਹਿੱਸਿਆਂ ਦਾ ਇਨਕਾਰ ਕਰਦੇ ਹੋ? ਬਸ ਤੁਹਾਡੇ ਵਿੱਚੋਂ ਜੋ ਕੋਈ ਵੀ ਇਹ ਕਰੇਗਾ, ਉਹਦਾ ਬਦਲਾ ਦੁਨੀਆ ਦੀ ਹਯਾਤੀ ਵਿੱਚ ਖੁਆਰੀ ਤੇ ਕਿਆਮਤ ਦਿਹਾੜੇ ਉਹਨਾਂ ਨੂੰ ਡਾਢੇ ਅਜ਼ਾਬ ਵੱਲ ਫੇਰ ਦਿੱਤਾ ਜਾਵੇਗਾ। ਤੇ ਰੱਬ ਤੁਹਾਡੀਆਂ ਕਰਤੂਤਾਂ ਤੋਂ ਗਾਫਲ ਨਹੀਂ। ਇਹਨਾਂ ਲੋਕਾਂ ਨੇ ਹੀ ਆਖਿਰਤ ਦੇ ਬਦਲੇ ਦੁਨਿਆਵੀ ਹਯਾਤੀ ਨੂੰ ਮਨਜ਼ੂਰ ਕੀਤਾ ਹੈ। ਇਹਨਾਂ ਦੇ ਉੱਤੋਂ ਨਾ ਤੇ ਅਜ਼ਾਬ ਹੌਲਾ ਕੀਤਾ ਜਾਵੇਗਾ ਤੇ ਨਾ ਹੀ ਇਹਨਾਂ ਦੀ ਮਦਦ ਕੀਤੀ ਜਾਵੇਗੀ। ਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਤੇ ਉਹਨਾਂ ਤੋਂ ਬਾਅਦ ਦੂਜੇ ਰਸੂਲ ਭੇਜੇ ਤੇ ਈਸਾ ਇਬਨ ਮਰੀਮ ਨੂੰ ਮੌਜਜ਼ੇ ਦਿੱਤੇ ਤੇ ਰੂਹੁਲ ਕੁਦਸ ਜਿਬਰਾਈਲ ਦੇ ਜ਼ਰੀਏ ਉਹਨਾਂ ਦੀ ਹਿਮਾਇਤ ਕੀਤੀ। ਕੀ ਇਸ ਤਰ੍ਹਾਂ ਨਹੀਂ ਹੈ ਕਿ ਜਦੋਂ ਵੀ ਕੋਈ ਰਸੂਲ ਇਹੋ ਜਿਹਾ ਹੁਕਮ ਲੈ ਕੇ ਆਇਆ ਜਿਹੜਾ ਤੁਹਾਡੀ ਜ਼ਾਤੀ ਪਸੰਦ ਦੇ ਨਾਲ ਨਹੀਂ ਸੀ ਰਲਦਾ ਤੇ ਤੁਸੀਂ ਗਰੂਰ ਨਾਲ ਕੰਮ ਲਿੱਤਾ, ਫਿਰ ਤੁਸੀਂ ਨਬੀਆਂ ਦੀ ਇੱਕ ਜਮਾਤ ਨੂੰ ਝੂਠ ਸਮਝਿਆ ਤੇ ਇੱਕ ਦੂਜੀ ਜਮਾਤ ਨੂੰ ਕਤਲ ਕੀਤਾ। ਤੇ ਉਹਨਾਂ ਨੇ ਆਖਿਆ ਕਿ ਸਾਡੇ ਦਿਲਾਂ ਤੇ ਕਪੜਾ ਕੱਜਿਆ ਹੋਇਆ ਏ, ਬਲਕਿ ਇਹਨਾਂ ਦੇ ਕੁਫਰ ਦੀ ਵਜ੍ਹਾ ਤੋਂ ਰੱਬ ਨੇ ਇਹਨਾਂ ਤੇ ਲਾਨਤ ਕੀਤੀ ਏ, ਇਸ ਲਈ ਉਹ ਬਹੁਤ ਹੀ ਘੱਟ ਈਮਾਨ ਲਿਆਣਗੇ। ਤੇ ਜਦੋਂ ਇਹਨਾਂ ਲਈ ਰੱਬ ਵੱਲੋਂ ਇੱਕ ਕਿਤਾਬ ਆਈ ਜਿਹੜੀ ਇਹਨਾਂ ਦੇ ਕੋਲ ਮੌਜੂਦ ਪਹਿਲੀ ਕਿਤਾਬ ਦੀ ਸੱਚਾਈ ਦੱਸ ਰਹੀ ਸੀ ਤੇ ਇਹਦਾ ਇਨਕਾਰ ਕਰ ਦਿੱਤਾ। ਹਾਲਾਂ ਇਸ ਤੋਂ ਪਹਿਲਾਂ ਕਾਫਰਾਂ ਨੂੰ ਕਾਬੂ ਕਰਨ ਦੀ ਆਰਜ਼ੂ ਐਸੇ ਕਿਤਾਬ ਦੇ ਜ਼ਰੀਏ ਕਰਦੇ ਸਨ ਤੇ ਜਦੋਂ ਇਹਨਾਂ ਦੇ ਕੋਲ ਉਹ ਸ਼ੈ ਆ ਗਈ ਜਿਹਨੂੰ ਉਹ ਸਿਆਣਦੇ ਸਨ ਤੇ ਉਹਦਾ ਇਨਕਾਰ ਕਰ ਦਿੱਤਾ। ਬਸ ਰੱਬ ਦੀ ਲਾਨਤ ਹੋਵੇ ਕਾਫਰਾਂ ਤੇ। ਬੜੀ ਭੈੜੀ ਸੀ ਉਹ ਸ਼ੈ ਜਿਹਦੇ ਬਦਲੇ ਉਹਨਾਂ ਨੇ ਆਪਣੀ ਜਿੰਦੜੀ ਦਾ ਸੌਦਾ ਕੀਤਾ, ਯਾਨੀ ਰੱਬ ਦੀ ਭੇਜੀ ਹੋਈ ਕਿਤਾਬ ਦਾ ਇਨਕਾਰ ਕੀਤਾ, ਬਗਾਵਤ ਤੇ ਹਸਦ ਦੀ ਵਜ੍ਹਾ ਨਾਲ ਕਿ ਰੱਬ ਆਪਣਾ ਕਰਮ ਆਪਣੇ ਬੰਦਿਆਂ ਵਿੱਚੋਂ ਜਿਹਦੇ ਤੇ ਚਾਹੁੰਦਾ ਏ ਕਿਉਂ ਲਾਂਦਾ ਏ। ਬਸ ਉਹ ਰੱਬ ਦੇ ਗੁੱਸੇ ਦੇ ਹੱਕਦਾਰ ਨੇ ਤੇ ਕਾਫਰਾਂ ਨੂੰ ਬੜਾ ਡਾਢਾ ਅਜ਼ਾਬ ਮਿਲੇਗਾ। ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਏ ਕਿ ਰੱਬ ਨੇ ਜਿਹੜੀ ਕਿਤਾਬ ਲਾਈ ਏ ਉਹਦੇ ਤੇ ਈਮਾਨ ਲਿਆਓ, ਤੇ ਕਹਿੰਦੇ ਨੇ ਕਿ ਅਸੀਂ ਤੇ ਉਸ ਕਿਤਾਬ ਤੇ ਈਮਾਨ ਰੱਖਨੇ ਆ ਜਿਹੜੀ ਸਾਡੇ ਤੇ ਲਾਈ ਗਈ ਏ, ਤੇ ਉਹ ਇਹਦੇ ਇਲਾਵਾ ਦੂਜੀਆਂ ਕਿਤਾਬਾਂ ਦਾ ਇਨਕਾਰ ਕਰਦੇ ਨੇ। ਹਾਲਾਂ ਉਹ ਬਿਲਕੁਲ ਸੱਚ ਏ ਤੇ ਇਹਨਾਂ ਕੋਲ ਜਿਹੜੀ ਕਿਤਾਬ ਏ ਉਹਦੀ ਸੱਚਾਈ ਦੱਸਦੀ ਏ। ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਤੁਸੀਂ ਆਖ ਦਿਓ ਕਿ ਜੇ ਤੁਸੀਂ ਈਮਾਨ ਵਾਲੇ ਸੌ ਤੇ ਪਹਿਲੇ ਜ਼ਮਾਨੇ ਵਿੱਚ ਰੱਬ ਦੇ ਨਬੀਆਂ ਨੂੰ ਕਿਉਂ ਕਤਲ ਕਰਦੇ ਸੋ? ਤੇ ਮੂਸਾ ਤੁਹਾਡੇ ਕੋਲ ਕਰਾਮਾਤ ਲੈ ਕੇ ਆਏ, ਫਿਰ ਤੁਸੀਂ ਉਹਨਾਂ ਦੇ ਪਿੱਛੇ ਆਪਣੇ ਆਪ ਤੋਂ ਵੱਧ ਗਏ ਤੇ ਵੱਛੇ ਦੀ ਇਬਾਦਤ ਕਰਨ ਲੱਗ ਪਏ। ਤੇ ਜਦੋਂ ਅਸੀਂ ਤੁਹਾਡੇ ਕੋਲੋਂ ਵਾਅਦਾ ਲਿੱਤਾ ਤੇ ਤੂਰ ਪਹਾੜ ਨੂੰ ਤੁਹਾਡੇ ਉੱਤੇ ਕਰ ਦਿੱਤਾ ਤੇ ਆਖਿਆ ਕਿ ਜਿਹੜਾ ਕੁਝ ਅਸੀਂ ਤੁਹਾਨੂੰ ਦਿੱਤਾ ਹੈ ਉਹਨੂੰ ਪੱਕੀ ਤਰ੍ਹਾਂ ਫੜ ਲਓ ਤੇ ਸੁਣੋ। ਉਹਨਾਂ ਨੇ ਆਖਿਆ ਕਿ ਅਸੀਂ ਸੁਣ ਤੇ ਲਿਆ ਏ ਪਰ ਕਰਾਂਗੇ ਨਹੀਂ, ਤੇ ਇਹਨਾਂ ਦੇ ਦਿਲਾਂ ਵਿੱਚ ਇਹਨਾਂ ਦੇ ਕੁਫਰ ਦੀ ਵਜ੍ਹਾ ਨਾਲ ਵੱਛੇ ਦੀ ਮੁਹੱਬਤ ਪਾ ਦਿੱਤੀ। ਤੁਸੀਂ ਕਹਿ ਦੇਵੋ ਕਿ ਜੇ ਤੁਸੀਂ ਈਮਾਨ ਲਿਆਉਣ ਵਾਲੇ ਹੋ ਤੇ ਤੁਹਾਡਾ ਈਮਾਨ ਤੁਹਾਨੂੰ ਬੜੀ ਭੈੜੀ ਗੱਲ ਦਾ ਹੁਕਮ ਦੇ ਰਿਹਾ ਹੈ। ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਤੁਸੀਂ ਕਹਿ ਦਵੋ ਕਿ ਜੇ ਰੱਬ ਦੇ ਨੇੜੇ ਆਖਿਰਤ ਦਾ ਘਰ ਸਿਰਫ ਤੁਹਾਡੇ ਲਈ ਹੈ, ਹੋਰਾਂ ਵਾਸਤੇ ਨਹੀਂ, ਤੇ ਜੇ ਤੁਸੀਂ ਸੱਚੇ ਹੋ ਤੇ ਮੌਤ ਦੀ ਆਰਜ਼ੂ ਕਰੋ। ਤੇ ਉਹ ਆਪਣੇ ਪਿਛਲੇ ਗੁਨਾਹਾਂ ਦੀ ਵਜ੍ਹਾ ਨਾਲ ਇਹੋ ਜਿਹੀ ਆਰਜ਼ੂ ਕਦੇ ਵੀ ਨਹੀਂ ਕਰਨਗੇ ਤੇ ਰੱਬ ਜ਼ਾਲਮਾਂ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਤੇ ਤੁਸੀਂ ਇਹਨਾਂ ਨੂੰ ਹਯਾਤੀ ਲਈ ਬੜਾ ਹੀ ਲਾਲਚੀ ਪਾਓਗੇ, ਇਹਨਾਂ ਕਿ ਮੁਸ਼ਰਿਕਾਂ ਤੋਂ ਵੀ ਵੱਧ। ਇਹਨਾਂ ਵਿੱਚੋਂ ਹਰ ਕੋਈ ਇਹੋ ਹੀ ਚਾਹੁੰਦਾ ਹੈ ਕਿ ਉਹਨੂੰ 1000 ਸਾਲ ਦੀ ਹਯਾਤੀ ਮਿਲ ਜਾਵੇ,
ਹਾਲਾਂ ਲੰਮੀ ਉਮਰ ਇਹਨੂੰ ਅਜ਼ਾਬ ਤੋਂ ਨਹੀਂ ਬਚਾ ਸਕੇਗੀ ਤੇ ਰੱਬ ਇਹਨਾਂ ਦੇ ਭੈੜੇ ਕੰਮਾਂ ਨੂੰ ਵੇਖ ਰਿਹਾ ਹੈ। ਤੁਸੀਂ ਆਖ ਦਵੋ ਕਿ ਜੇ ਕੋਈ ਜਿਬਰਾਈਲ ਦਾ ਦੁਸ਼ਮਣ ਹੈ ਤੇ ਉਹਨੂੰ ਕੋਈ ਨੁਕਸਾਨ ਨਹੀਂ, ਇਸ ਲਈ ਕਿ ਉਹਨੇ ਕੁਰਾਨ ਤੁਹਾਡੇ ਦਿਲ ਤੇ ਰੱਬ ਦੇ ਹੁਕਮ ਨਾਲ ਲਾਇਆ ਹੈ, ਜਿਹੜਾ ਪਹਿਲੀਆਂ ਅਸਮਾਨੀ ਕਿਤਾਬਾਂ ਦੀ ਸੱਚਾਈ ਦੱਸਦਾ ਹੈ ਤੇ ਮੂਮਨਾਂ ਵਾਸਤੇ ਹਿਦਾਇਤ ਤੇ ਖੁਸ਼ੀ ਦੀ ਖਬਰ ਹੈ। ਜੋ ਵੀ ਰੱਬ, ਉਹਦੇ ਫਰਿਸ਼ਤਿਆਂ, ਉਹਦੇ ਰਸੂਲਾਂ ਤੇ ਜਿਬਰਾਈਲ ਤੇ ਮੀਕਾਈਲ ਦਾ ਦੁਸ਼ਮਣ ਹੈ ਤੇ ਰੱਬ ਕਾਫਰਾਂ ਦਾ ਦੁਸ਼ਮਣ ਹੈ। ਤੇ ਅਸੀਂ ਤੁਹਾਡੇ ਉੱਤੇ ਖੁੱਲੀਆਂ ਨਿਸ਼ਾਨੀਆਂ ਲਾਈਆਂ ਨੇ ਤੇ ਇਹਨਾਂ ਦਾ ਇਨਕਾਰ ਭੈੜੇ ਲੋਕ ਹੀ ਕਰਨਗੇ। ਕੀ ਇਹ ਨਹੀਂ ਕਿ ਜਦੋਂ ਕਦੀ ਉਹਨਾਂ ਨੇ ਕੋਈ ਵਾਅਦਾ ਕੀਤਾ ਤੇ ਉਹਨਾਂ ਦੀ ਇੱਕ ਜਮਾਤ ਨੇ ਉਹਨੂੰ ਕੰਨ ਪਿੱਛੇ ਸੁੱਟ ਦਿੱਤਾ, ਬਲਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕੀ ਯਕੀਨ ਹੀ ਨਹੀਂ ਰੱਖਦੇ। ਤੇ ਜਦੋਂ ਇਹਨਾਂ ਕੋਲ ਰੱਬ ਵੱਲੋਂ ਇੱਕ ਰਸੂਲ ਆਇਆ ਜਿਹੜਾ ਸੱਚ ਦੱਸ ਰਿਹਾ ਸੀ ਉਸ ਕਿਤਾਬ ਬਾਰੇ ਜਿਹੜੀ ਇਹਨਾਂ ਕੋਲ ਸੀ, ਤੇ ਕਿਤਾਬ ਵਾਲਿਆਂ ਦੇ ਇੱਕ ਜੱਥੇ ਨੇ ਰੱਬ ਦੀ ਕਿਤਾਬ ਆਪਣੀ ਕੰਨ ਪਿੱਛੇ ਸੁੱਟ ਦਿੱਤੀ, ਜਿਸ ਤਰ੍ਹਾਂ ਉਹ ਕੁਝ ਜਾਣਦੇ ਹੀ ਨਹੀਂ। ਤੇ ਉਹ ਉਹਨਾਂ ਗੱਲਾਂ ਪਿੱਛੇ ਟੁਰ ਪਏ ਜਿਹੜੀਆਂ ਸ਼ੈਤਾਨ ਸੁਲੈਮਾਨ ਦੀ ਹਕੂਮਤ ਵਿੱਚ ਪੜਦੇ ਸਨ। ਤੇ ਸੁਲੈਮਾਨ ਨੇ ਕੁਫਰ ਨਹੀਂ ਕੀਤਾ, ਬਲਕਿ ਸ਼ੈਤਾਨਾਂ ਨੇ ਕੁਫਰ ਕੀਤਾ ਕਿ ਉਹ ਲੋਕਾਂ ਨੂੰ ਜਾਦੂ ਸਿਖਾਉਂਦੇ ਸਨ। ਤੇ ਉਹ ਸ਼ੈ ਪਿੱਛੇ ਟੁਰ ਪਏ ਜਿਹੜੀ ਬਾਬਿਲ ਵਿੱਚ ਹਾਰੂਤ ਤੇ ਮਾਰੂਤ ਦੋ ਫਰਿਸ਼ਤਿਆਂ ਤੇ ਲਾਈ ਗਈ ਸੀ। ਤੇ ਉਹ ਦੋਵੇਂ ਕਿਸੇ ਨੂੰ ਜਾਦੂ ਸਿਖਾਉਣ ਤੋਂ ਪਹਿਲਾਂ ਦੱਸ ਦਿੰਦੇ ਸਨ ਕਿ ਅਸੀਂ ਤੇ ਸਿਰਫ ਅਜ਼ਮਾਉਣ ਵਾਸਤੇ ਭੇਜੇ ਗਏ ਹਾਂ, ਇਸ ਲਈ ਕੁਫਰ ਨਾ ਕਰੋ। ਫਿਰ ਵੀ ਲੋਕੀ ਇਹਨਾਂ ਦੋਵਾਂ ਕੋਲੋਂ ਉਹ ਕੁਝ ਸਿੱਖਦੇ ਸਨ ਜਿਹਦੇ ਜ਼ਰੀਏ ਖਾਮਦ ਤੇ ਉਹਦੀ ਬੀਵੀ ਦੇ ਵਿੱਚ ਵਖ ਪੈ ਜਾਵੇ, ਤੇ ਉਹ ਇਸ ਜਾਦੂ ਰਾਹੀਂ ਰੱਬ ਦੀ ਮਰਜ਼ੀ ਬਗੈਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਨ। ਤੇ ਲੋਕੀ ਇਹਨਾਂ ਕੋਲੋਂ ਉਹ ਸ਼ੈ ਸਿੱਖਦੇ ਸਨ ਜਿਹੜੀ ਇਹਨਾਂ ਲਈ ਨੁਕਸਾਨ ਵਾਲੀ ਸੀ ਤੇ ਕੋਈ ਫਾਇਦਾ ਨਾ ਪਹੁੰਚਾ ਸਕਦੀ ਸੀ। ਹਾਲਾਂ ਉਹਨਾਂ ਨੂੰ ਪਤਾ ਸੀ ਕਿ ਜੋ ਕੋਈ ਜਾਦੂ ਕਰੇਗਾ ਉਸ ਨੂੰ ਆਖਿਰਤ ਵਿੱਚ ਕੁਝ ਨਹੀਂ ਲੱਭੇਗਾ, ਤੇ ਬਹੁਤ ਹੀ ਭੈੜੀ ਸ਼ੈ ਸੀ ਜਿਹਦੇ ਬਦਲੇ ਉਹਨਾਂ ਨੇ ਆਪਣੇ ਆਪ ਨੂੰ ਵੇਚ ਦਿੱਤਾ। ਕਾਸ਼ ਉਹ ਇਸ ਗੱਲ ਨੂੰ ਸਮਝਦੇ। ਤੇ ਜੇ ਉਹ ਲੋਕੀ ਈਮਾਨ ਲਿਆਂਦੇ ਤੇ ਚੰਗੇ ਕੰਮ ਕਰਦੇ ਤੇ ਰੱਬ ਵੱਲੋਂ ਇਹਨਾਂ ਨੂੰ ਬਹੁਤ ਹੀ ਚੰਗਾ ਬਦਲਾ ਮਿਲਦਾ। ਕਾਸ਼ ਉਹ ਇਸ ਗੱਲ ਨੂੰ ਸਮਝਦੇ। ਐ ਈਮਾਨ ਵਾਲਿਓ, ਨਬੀ ਕਰੀਮ ਤੋਂ ਤਰਫਦਾਰੀ ਦੀ ਦਰਖਾਸਤ ਕਰਨ ਵੇਲੇ ਰਾਏ ਨਾ ਆਖੋ ਤੇ ਉਨਜ਼ੁਰ ਨਾ ਆਖੋ, ਤੇ ਗੌਰ ਨਾਲ ਸੁਣੋ, ਤੇ ਕਾਫਰਾਂ ਲਈ ਡਾਢਾ ਅਜ਼ਾਬ ਹੈ। ਤੇ ਕਾਫਰ ਕਿਤਾਬ ਵਾਲੇ ਤੇ ਸ਼ਿਰਕ ਕਰਨ ਵਾਲੇ ਨਹੀਂ ਚਾਹੁੰਦੇ ਕਿ ਤੁਹਾਡੇ ਰੱਬ ਵੱਲੋਂ ਕੋਈ ਬਰਕਤ ਤੁਹਾਡੇ ਉੱਤੇ ਲਾਈ ਜਾਵੇ, ਤੇ ਰੱਬ ਜਿਹਨੂੰ ਚਾਹੁੰਦਾ ਹੈ ਆਪਣੀ ਰਹਿਮਤ ਲਈ ਚੁਣ ਲੈਂਦਾ ਹੈ, ਤੇ ਰੱਬ ਬੜੇ ਕਰਮ ਵਾਲਾ ਹੈ। ਜਦੋਂ ਅਸੀਂ ਕੋਈ ਆਇਤ ਮਿਟਾ ਦੇਨੇ ਆ ਜਾਂ ਉਹਨੂੰ ਭੁਲਾ ਦੇਨੇ ਆ ਜਾਂ ਉਹਨੂੰ ਬਦਲਣ ਦੇ ਬਗੈਰ ਰਹਿਣ ਦੇਨੇ ਆ, ਤੇ ਉਸ ਤੋਂ ਚੰਗੀ ਜਾਂ ਉਸ ਵਰਗੀ ਦੂਜੀ ਆਇਤ ਲੈ ਆਨੇ ਆ, ਕੀ ਤੁਹਾਨੂੰ ਇਲਮ ਨਹੀਂ ਕਿ ਰੱਬ ਹਰ ਸ਼ੈ ਤੇ ਤਾਕਤ ਰੱਖਦਾ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਆਸਮਾਨਾਂ ਤੇ ਜ਼ਮੀਨ ਦੀ ਬਾਦਸ਼ਾਹੀ ਰੱਬ ਦੀ ਹੈ, ਤੇ ਰੱਬ ਦੇ ਸਿਵਾ ਤੁਹਾਡਾ ਨਾ ਕੋਈ ਵਲੀ ਹੈ ਤੇ ਨਾ ਕੋਈ ਮਦਦ ਕਰਨ ਵਾਲਾ? ਕੀ ਤੁਸੀਂ ਚਾਹੁੰਦੇ ਹੋ ਕਿ ਆਪਣੇ ਰਸੂਲ ਨਾਲ ਉਸੇ ਤਰ੍ਹਾਂ ਸਵਾਲ ਕਰੋ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਮੂਸਾ ਅਲੈਹਿਸਸਲਾਮ ਨਾਲ ਕੀਤੇ ਗਏ, ਤੇ ਜਿਨਨੇ ਈਮਾਨ ਦੇ ਬਦਲੇ ਕੁਫਰ ਨੂੰ ਕਬੂਲ ਕੀਤਾ ਉਹ ਸਿੱਧੇ ਰਸਤੇ ਨੂੰ ਭੁੱਲ ਗਿਆ। ਬਤੇਰੇ ਕਿਤਾਬ ਵਾਲੇ ਚਾਹੁੰਦੇ ਨੇ ਕਿ ਕਾਸ਼ ਉਹ ਤੁਹਾਨੂੰ ਈਮਾਨ ਲਿਆਉਣ ਤੋਂ ਬਾਅਦ ਕੁਫਰ ਵੱਲ ਪਰਤਾ ਦੇਣ। ਉਹ ਲੋਕੀ ਇਹ ਸਿਰਫ ਭੈੜੀ ਸੋਚ ਦੀ ਵਜ੍ਹਾ ਨਾਲ ਤੇ ਇਹਨਾਂ ਤੇ ਸੱਚਾਈ ਜ਼ਾਹਿਰ ਹੋਣ ਤੋਂ ਬਾਅਦ ਕਰ ਰਹੇ ਨੇ। ਬਸ ਤੁਸੀਂ ਲੋਕ ਮਾਫ ਕਰਦੇ ਰਹੋ ਇੱਥੇ ਤੀਕਰ ਕਿ ਰੱਬ ਆਪਣਾ ਹੁਕਮ ਭੇਜੇ। ਰੱਬ ਹਰ ਸ਼ੈ ਤੇ ਤਾਕਤ ਰੱਖਦਾ ਹੈ। ਤੇ ਨਮਾਜ਼ ਦੇ ਪੱਕੇ ਹੋ ਜਾਓ ਤੇ ਜ਼ਕਾਤ ਦਵੋ, ਤੇ ਜਿਹੜੀ ਵੀ ਨੇਕੀ ਤੁਸੀਂ ਆਪਣੇ ਲਈ ਅੱਗੇ ਟੋਰੋਗੇ ਉਹਨੂੰ ਰੱਬ ਦੇ ਕੋਲ ਪਾਓਗੇ। ਰੱਬ ਤੁਹਾਡੇ ਕੰਮਾਂ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ।